ਨਸ਼ੇ ਦੇ ਮੁੱਦੇ ਤੇ ਰਾਜਪਾਲ ਅਤੇ ਸਰਕਾਰ ਆਮੋ ਸਾਹਮਣੇ ਇੱਕ ਵਾਰ ਫਿਰ ਤੋਂ ਮੁੜ ਤੋਂ ਨਜ਼ਰ ਆ ਰਹੇ ਨੇ। ਦੱਸਦੇ ਕਿ ਰਾਜਪਾਲ ਨੇ ਨਸ਼ੇ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਨੇ ਸਰਕਾਰ ਤੇ। बिल्कुल गवर्नर ने कहा कि स्कूलों तो लैके जनरल स्टोर तक नशा पहुंच चुका है, किते भी नशा मिल रहा है। आम आदमी पार्टी ने हालांकि पलटवार किया है कि सूबे तो नहीं राजपाल केंद्र तो इसका जवाब मंगण। ਦੱਸਦੇ ਕਿ ਪਿਛਲੇ ਦਿਨ ਹੀ ਜੋ ਪੀਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਅੰਮ੍ਰਿਤਸਰ ਤੋਂ, ਉੱਥੇ ਉਹਨਾਂ ਨੇ ਕਿਹਾ ਸੀਗਾ ਅਰਸ਼ ਕਿ ਜੋ ਨਸ਼ਾ ਹੈ ਸਕੂਲਾਂ ਤੱਕ ਪਹੁੰਚ ਗਿਆ ਤੇ ਜਨਰਲ ਸਟੋਰ 'ਚ ਇੰਜ ਵਿਕ ਰਿਹਾ ਜਿਵੇਂ ਕਿ ਦਵਾਈਆਂ ਵਿਕ ਰਹੀਆਂ ਨੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਬਲਵਿੰਦਰ ਕੰਗ ਨੇ ਕਿਹਾ ਸੀਗਾ ਕਿ ਆ ਜੋ ਜਵਾਬ ਹੈ ਬਨਵਾਰੀ ਲਾਲ ਕੇਂਦਰ ਤੋਂ ਮੰਗਣ। ਬਿਲਕੁਲ, ਤਾਂ ਗਵਰਨਰ ਦਾ ਕੀ ਬਿਆਨ ਸੀ ਤੇ ਆਮ ਆਦਮੀ ਪਾਰਟੀ ਨੇ ਕੀ ਪ੍ਰਤੀਕਰਮ ਦਿੱਤਾ ਹੈ ਉਹ ਵੀ ਸੁਣਦੇ ਆ। आने वाली पीढ़ी के लिए क्या छोड़ के जा रहे हैं? क्या क्रिपल्ड जेनरेशन छोड़ के जाएंगे जो ड्रग्स की पूरी आदी है? अपंग हुई, कई लोग मर रहे हैं, कई फैमिलीज अफेक्टेड है। इवन इनके मुंह पे बोलता हूं, इनका पुलिस डिपार्टमेंट भी अफेक्टेड है। इनके जेलें कंट्रोल में नहीं है, बहुत सुधार करने की जरूरत है। जेल में डाल दो, वहां से वो पूरा माफिया लोग कंट्रोल करते हैं, पूरा रैकेट करते हैं। सारी जेलों को सुधारने की जरूरत है। इलीगल मोबाइल पहुंचते हैं, मेरे ख्याल से हजारों मोबाइल तो जब्त किए हैं, पहुंचते ही करते हैं। ये छोटा मोटा स्मगलिंग ये मत समझिए। ऐप हैगा लोगों का ते पुलिस का, उसको दूर करके तालमेल नाल ਅਸੀਂ ਲੋਕਾਂ ਨੂੰ ਇਨਕਰੇਜ ਕਰਦੇ ਹਾਂ ਕਿ ਸਾਨੂੰ ਕਾਫੀ ਪ੍ਰੋਗਰੈਸਿਵ ਰਿਜ਼ਲਟਸ ਆਏ। ਜ਼ਿਲ੍ਹਾ ਦੇ ਵੀ ਅੰਕੁਸ਼ ਦੇਖੋ ਅਸੀਂ ਐਕਟਿਵ ਹੈਗੇ ਤਾਂ ਹੀ ਮੋਬਾਈਲ ਅਸੀਂ ਪੜ ਰਹੇ ਹਾਂ। ਸੋ ਉਹਦੀ ਲਿੰਕੇਜ ਵੀ देयर आर मेनी ਟੈਕਨੀਕਲ ਥਿੰਗਸ ਸੈਂਟਰਲ ਗਵਰਨਮੈਂਟ ਇਜ਼ ਆਲਸੋ ਹੈਲਪਿੰਗ। ਇਨਫੈਕਟ ਸੀਐਮ ਸਾਹਿਬ ਨੇ ਗੱਲ ਕੀਤੀ ਸੀ ਹੋਮ ਮਿਨਿਸਟਰ ਸਾਹਿਬ ਨਾਲ, ਉਹਨਾਂ ਨੇ 100 ਕਰੋੜ ਪੰਜਾਬ ਨੂੰ ਅਲਾਟ ਕੀਤੇ ਹੈ ਮਾਡਰਨ ਜੇਲ੍ਹ ਬਣਾਉਣ ਲਈ। ਸੋ ਛੇਤੀ ਜੇ ਕਈ ਜੇਲ੍ਹਾਂ ਦੇ ਵਿੱਚ ਅਸੀਂ ਟੈਕਨੀਕਲ ਸੋਲੂਸ਼ਨਸ ਵੀ ਲੈ ਕੇ ਆਏ ਹਾਂ ਜਿਸਦਾ ਮੈਂ ਖੁੱਲ ਕੇ ਨਹੀਂ ਗੱਲ ਕਰ ਸਕਦਾ। ਸੋ ਇਸ ਤੇ ਕਾਫੀ ਕੰਮ ਹੋ ਰਿਹਾ ਸਾਰੀ ਏਜੰਸੀਜ਼ ਦੇ ਨਾਲ ਮਿਲ ਕੇ, ਸੈਂਟਰਲ ਏਜੰਸੀਜ਼ ਨਾਲ, ਪੰਜਾਬ ਪੁਲਿਸ ਤੇ ਇਹ ਇੱਕ ਮਲਟੀ ਪ੍ਰੋਂਗ ਤਰੀਕੇ ਨਾਲ ਇਸਨੂੰ ਟੈਕਲ ਕੀਤਾ ਜਾ ਰਿਹਾ। ਬਾਰਡਰ ਦੀ ਸਿਕਿਉਰਿਟੀ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਆ ਉਹ ਕੇਂਦਰ ਦੀ ਆ, ਭਾਜਪਾ ਸਰਕਾਰ ਦੀ, ਜਿਨ੍ਹਾਂ ਨੇ ਗਵਰਨਰ ਸਾਹਿਬ ਨੂੰ ਪੰਜਾਬ ਦਾ ਗਵਰਨਰ ਲਾਇਆ। ਸੋ ਪੰਜਾਬ ਸਰਕਾਰ ਤੇ ਬਲੇਮ ਕਰਨ ਦੀ ਬਜਾਏ ਜਿਹੜੀ ਕਿ ਬੜੀ ਇਮਾਨਦਾਰੀ ਨਾਲ ਲੱਗੀ ਆ, ਕੇਂਦਰ ਸਰਕਾਰ ਵੱਲ ਵੀ ਜਾ ਕੇ ਗਵਰਨਰ ਸਾਹਿਬ ਨੂੰ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ। ਭਾਜਪਾ ਸਰਕਾਰ ਵਾਕਈ ਪੰਜਾਬ ਦੇ ਪ੍ਰਤੀ ਸੁਹਰਦ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਪਰਿੰਦਾ ਵੀ ਪਰ ਮਾਰ ਸਕਦਾ ਹੈ ਬਾਰਡਰ ਤੇ। ਗਵਰਨਰ ਸਾਹਿਬ ਨੂੰ ਇਸ ਤਰ੍ਹਾਂ ਦੀ ਰਾਜਨੀਤਿਕ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ। उधर केंद्रीय बजट ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਦ ਕਰ ਦਿੱਤਾ ਹੈ। ਕਿਹਾ ਹੈ ਕਿ ਪੰਜਾਬ ਨੂੰ ਬਜਟ 'ਚ ਕੁਝ ਵੀ ਨਹੀਂ ਮਿਲਿਆ। ਸੀਐਮ ਮਾਨ ਕਹਿੰਦੇ ਨਜ਼ਰ ਆਏ ਕਿ ਪਹਿਲਾਂ ਰਿਪਬਲਿਕ ਡੇ ਪਰੇਡ ਤੋਂ ਹੁਣ ਬਜਟ ਤੋਂ ਪੰਜਾਬ ਨੂੰ ਬਾਹਰ ਕੀਤਾ। ਪਤਾ ਨਹੀਂ ਕਿਹੜਾ ਬਦਲਾ ਲੈ ਰਹੀ ਹੈ ਕੇਂਦਰ ਦੀ ਸਰਕਾਰ। ਬਿਲਕੁਲ, ਤਾਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਰਹੱਦੀ ਇਲਾਕਿਆਂ ਲਈ 1000 ਕਰੋੜ ਮੰਗੇ ਸੀ। ਅੰਮ੍ਰਿਤਸਰ ਤੇ ਬਠਿੰਡਾ ਤੋਂ ਵੰਦੇ ਭਾਰਤ ਰੇਲ ਸੇਵਾ ਵੀ ਮੰਗੀ ਗਈ ਸੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ 5 ਤੱਕ ਸਾਹਿਬਾਨਾਂ ਨੂੰ ਜੋੜਨ ਵਾਲੀ ਇੱਕ ਰੇਲ ਸੇਵਾ ਵੀ ਮੰਗੀ ਗਈ ਸੀਗੀ। ਉੱਥੇ ਹੀ ਨਵੀਆਂ ਫਸਲਾਂ ਤੇ MSP ਨਹੀਂ, ਪਰਾਲੀ ਤੇ ਕੁਝ ਨਹੀਂ ਦਿੱਤਾ। ਬਿਲਕੁਲ, ਕਿਸਾਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ, ਕਿਸਾਨਾਂ ਦੇ ਲਈ ਕੁਝ ਨਹੀਂ ਦਿੱਤਾ ਹੈ। ਸੀਐਮ ਭਗਵੰਤ ਮਾਨ ਕਹਿ ਰਹੇ ਨੇ, ਇਹ ਵੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ ਦਿੱਲੀ ਅੰਦੋਲਨ ਦਾ ਕੇਂਦਰ ਸਰਕਾਰ ਨੇ ਬਦਲਾ ਲਿਆ ਹੈ। ਤੇ ਦੱਸਦੇ ਕਿ ਪਿਛਲੇ ਦਿਨ ਹੀ ਆਮ ਬਜਟ ਪੇਸ਼ ਕੀਤਾ ਗਿਆ ਸੀਗਾ। ਉੱਥੇ ਹੀ ਸੀਐਮ ਭਗਵੰਤ ਮਾਨ ਕਹਿੰਦੇ ਨਜ਼ਰ ਆਏ, ਉਹਨਾਂ ਨੇ ਵਾਰ ਕੀਤਾ ਕੇਂਦਰ ਤੇ ਕਿ ਪੰਜਾਬ ਨੂੰ ਇਸ ਬਜਟ ਕੁਝ ਵੀ ਨਹੀਂ ਦਿੱਤਾ ਗਿਆ। ਔਰ ਜਿਵੇਂ ਵੇਖਨੇ ਆ ਕਿ ਜਦੋਂ ਕੋਈ ਵੀ ਬਜਟ ਬਣਦਾ ਹੈ ਤੇ ਰਿਕਮੈਂਡੇਸ਼ਨਸ ਜਾਂਦੀਆਂ ਨੇ ਸਟੇਟ ਦੇ ਵੱਲੋਂ, ਤੇ ਉੱਥੇ ਸੀਐਮ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਬਿਲਕੁਲ, ਕਿਸਾਨ ਵੀ ਇਹ ਕਹਿੰਦੇ ਨਜ਼ਰ ਆਏ ਨੇ ਕਿ MSP ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜੋ ਉਹਨਾਂ ਦੀਆਂ ਮੰਗਾਂ ਸੀ, ਉਹਨਾਂ ਮੰਗਾਂ ਨੂੰ ਧਿਆਨ ਦੇ ਵਿੱਚ नहीं रखा गया। पब्लिक डे से पंजाब गायब था, अब देश के बजट से पंजाब गायब है। ये समझ नहीं आती कौन सा बदला ले रहे हैं ये पंजाबियों से। हमने, क्योंकि बॉर्डर स्टेट है, हमने 1000 करोड़ रुपए की मांग की थी कि BSF
उनको अपग्रेड करने के लिए, मॉडर्नाइजेशन करने के लिए बॉर्डर की, क्योंकि ड्रोन वगैरह बहुत आते हैं, एंटी ड्रोन सिस्टम लॉन्च करने के लिए, उसका नाम भी नहीं लिया गया। हमने प्री बजट जो डिमांड्स मांगते हैं राज्यों से, हमने उसमें मेंशन किया था कि वंदे भारत श्री अमृतसर साहब से और बठिंडा से जो है दिल्ली के लिए, उसका नाम भी नहीं लिया गया। कोई एमएसपी, नई फसल पे कोई एमएसपी नहीं दी गई है। हमने कहा था कि 1500 रुपये पर एकड़ जो पराली जलाने की समस्या है उसमें 1500 रुपये पर एकड़ सेंटर दे दे, बाकी हम दे देंगे, लेकिन उसका भी नाम नहीं लिया गया। किसानों को तो मतलब अपने हाल पे छोड़ दिया गया, किस्मत पे छोड़ दिया गया। और हम कॉलेज बना रहे हैं, 16 नए मेडिकल कॉलेज बना रहे हैं। इन्होंने कहा है कि जी कि नर्सिंग कॉलेज खोलेंगे। कब से खोलेंगे, कब से वो चल रहे होंगे, कोई उसमें डिटेल नहीं है। और सबसे बड़ी बात है कि शेड्यूल ट्राइब्स के लिए काफ़ी सहूलतें दी गई हैं, अच्छी बात है, लेकिन शेड्यूल कास्ट के लिए कोई भी ऐसी स्कीम नहीं है। भैया मुझे लगता है कि भगवंत मान को इस बात की नॉलेज ही नहीं है। भगवंत मान जी को मैं सुन रहा था, वो कह रहे थे कि 1000 करोड़ रुपया हमने मांगा कि हमने बीएसएफ को मॉडर्नाइज करना है। बाहर से जो ड्रोन आ रहे हैं उसकी एंटी ड्रोन टेक्नोलॉजी लेके आनी है। भैया पंजाब के अफसरों को चाहिए कि भगवंत मान को समझाते कि बीएसएफ पंजाब के अंडर नहीं है, वो पंजाब की पुलिस नहीं है, वो केंद्र के अंडर है, केंद्र का काम है। तो आपने उसके लिए बजट क्या करना मेरे भाई? और आप कहते हो कि कुछ नहीं किया। 7 लाख रुपए तक आमदन करने वाले लोगों को कोई टैक्स नहीं है, ये टैक्स से राहत है, ये राहत नहीं है। और 80 करोड़ लोगों को मुफ्त में खाना 1 साल के लिए प्रधानमंत्री ने कहा, और राशन 1 साल देंगे। और दूसरी बात मैं कहूं, बुजुर्ग जो हमारे हैं उनके लिए अलग से योजनाएं हैं। 30 लाख तक वो अपने बैंक में जाके सीधा जमा करवा दें, कोई नहीं पूछेगा उन्हें।